पंजाब के सरकारी स्कूलों के विच होए खूबसूरत बदलावां ते आधारित प्रोग्राम नवीं पैड़ा लैके हाज़र हाँ मैं अमरदीप भाट ते मेरे नाल ने डॉक्टर सुखदर्शन चहल। पंजाब के सरकारी स्कूलों के विच विद्यार्थियों, अध्यापकों अते मापियां दे विच एक बड़ा सुलखना माहौल बनया होया है। उहदे कई कारण ने, उन्हां विचों एक कारण यह है जिथे स्कूल सिक्ख्या विभाग पंजाब ने पिछले कुछ समय तो कई नवे उद्यम किए ने, उत्थे अध्यापकों ने भी कोई कसर नहीं छड्डी। इस तरह ही अज दा जिला रूपनगर ते रूपनगर जिले दे विच असीं तुहानूं जिहड़ा पहला स्कूल दिखाउण जा रहे हां उहदे विच शूटिंग रेंज बनी हुई आ। ते सर तुसीं उहदे बारे कुछ सानूं जानकारी दिओ। साडे अध्यापकों ने, साडे विभाग ने इस तरह के बहुत सारे बड़े उपराले कीते है जिन्हां बारे कदे सिक्ख्या विभाग ने की और जिहड़े सिक्ख्या नाल जुड़े हुए लोगों ने सोचा ही नहीं सी। इसे किस्म की जिस तरह तुसीं गल कीती कि शूटिंग रेंज, अज सानू माण है कि रूपनगर जिले के नाल नाल बहुत सारे जिले होर भी ने जिथे दे बच्चे निशानेबाजी दे विच बहुत अच्छियां प्राप्तियां कर रहे हैं। तो रूपनगर जिले के स्कूलों के विच चल रहा शूटिंग का जो रुझान है उन्हें इन्ने वधिया नतीजे दिते ने सानू कि अज इंडिया का नंबर 1 जिहड़ा शूटर है वो स्कूल सिक्ख्या विभाग के सरकारी स्कूलों जो पैदा हो रहे हैं। इस तरह दीयां गतिविधियां तां ही संभव होंदियां अमरदीप जी जेकर बच्चों नूं एक वधिया संजीदा खूबसूरत आकर्षक माहौल मिले। रूपनगर जिले के स्कूलों नूं चढ़िया होया नवां रूप भी दर्शाउंदा है कि साडे बच्चे किस तरह ਵੱਖ-ਵੱਖ खेत्रां दे विच असंभव नूं संभव करके दिखा रहे हैं। आओ तुहानूं मिलाउने आ कुछ राष्ट्रीय अते अंतरराष्ट्रीय पद्धर के खिडारी, पर हाँ ये खिडारी पंजाब के सरकारी स्कूलों के ने। पंजाब सरकार सरकारी स्कूल के बच्चों को इनफॉर्मेशन टैक्नोलॉजी बहुत अच्छा प्लेटफॉर्म तैयार करके दे रही है, जिमें कि स्मार्ट क्लासरूम्स, जिमें प्रोजेक्टर्स के थ्रू पढ़ना, स्मार्ट क्लासरूम्स प्रोवाइड किए जा रहे हैं, स्मार्ट लैब्स प्रोवाइड की जा रही हैं कि बच्चे जोड़े
ਆਪਣੇ ਆਪ ਨੂੰ ਇੱਕ ਅੱਛੀ ਤਰ੍ਹਾਂ ਪ੍ਰੈਜ਼ੈਂਟ ਕਰ ਸਕਣ। ਮੇਰਾ ਨਾਮ ਖੁਸ਼ੀ ਸੈਣੀ ਹੈ ਤੇ ਮੈਂ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਝੱਲੀਆਂ ਕਲਾਂ ਵਿੱਚ ਕਲਾਸ 12th ਦੀ ਸਟੂਡੈਂਟ ਹੈ। ਮੈਂ ਕਲਾਸ 10th ਦੇ ਵਿੱਚ ਸਕੂਲ ਨੂੰ ਜੁਆਇਨ ਕੀਤਾ ਸੀ। ਮੈਂ ਇਸ ਸਕੂਲ ਬਾਰੇ ਸੁਣਿਆ ਸੀ ਕਿ ਸਕੂਲ ਦੀਆਂ ਬਹੁਤ ਸਾਰੀਆਂ ਅਚੀਵਮੈਂਟਸ ਨੇ ਤੇ ਇੱਥੇ ਦੇ ਟੀਚਰਸ ਵੀ ਬਹੁਤ ਜ਼ਿਆਦਾ ਕੋਆਪਰੇਟਿਵ ਨੇ ਤੇ ਮੈਂ ਇੱਕ ਇੰਟਰਨੈਸ਼ਨਲ ਰਾਈਫਲ ਸ਼ੂਟਰ ਹਾਂ। ਮੈਂ 14th ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਜੂਨੀਅਰ ਇਵੈਂਟ ਵਿੱਚ ਇੰਡੀਵਿਜੂਅਲ ਬ੍ਰੌਂਜ਼ ਤੇ ਟੀਮ ਸਿਲਵਰ ਮੈਡਲਿਸਟ ਹਾਂ। ਮੇਰਾ ਨਾਮ ਅਰਸ਼ਦੀਪ ਕੌਰ ਹੈ। ਮੈਂ ਗਵਰਨਮੈਂਟ ਸੀਨੀਅਰ ਸਮਾਰਟ ਸੈਕੰਡਰੀ ਸਕੂਲ ਦੀ ਸਟੂਡੈਂਟ ਹਾਂ। ਮੈਂ ਇਸ ਦੇ ਨਾਲ ਇੱਕ ਪਿਸਟਲ ਸ਼ੂਟਰ ਵੀ ਹਾਂ ਤੇ ਇਸ ਟਾਈਮ ਮੈਂ ਇੰਡੀਅਨ ਸਕੁਐਡ ਦੀ ਮੈਂਬਰ ਹਾਂ। ਜਦੋਂ ਮੈਨੂੰ ਇਸ ਸਕੂਲ ਬਾਰੇ ਪਤਾ ਲੱਗਿਆ ਤੇ ਇਸ ਸਕੂਲ ਦੀ ਫੈਸਿਲਿਟੀਜ਼ ਬਾਰੇ ਪਤਾ ਲੱਗਿਆ ਤੇ ਮੇਰਾ ਇੰਟਰਸਟ ਹੋਇਆ ਤੇ ਮੈਂ ਇਸ ਸਕੂਲ ਵਿੱਚ ਐਡਮਿਸ਼ਨ ਲਈ। +1 ਮੈਂ ਇਸ ਸਕੂਲ ਵਿੱਚ ਕੀਤੀ ਤੇ ਮੇਰਾ ਫਸਟ ਰੈਂਕ ਸੀਗਾ। ਮੈਂ 61st 62nd 63rd ਐਂਡ 64th ਸਕੂਲ ਗੇਮਸ ਸਟੇਟ ਲੈਵਲ ਤੇ ਗੋਲਡ ਮੈਡਲਿਸਟ ਰਹੀ ਹਾਂ। ਉਸ ਤੋਂ ਬਾਅਦ ਮੈਂ 55th ਸਟੇਟ ਲੈਵਲ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਲਏ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਜੈਸਮੀਨ ਕੌਰ ਹੈ। ਮੈਂ ਗਵਰਨਮੈਂਟ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਝੱਲੀਆਂ ਕਲਾਂ ਦੀ ਵਿਦਿਆਰਥਣ ਹਾਂ। ਇਸ ਸਕੂਲ ਵਿੱਚ ਆਉਣ ਤੋਂ ਬਾਅਦ ਮੈਂ 14th ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਇੰਡੀਵਿਜੂਅਲ ਗੋਲਡ ਤੇ ਟੀਮ ਬ੍ਰੌਂਜ਼ ਹਾਸਲ ਕੀਤਾ। ਇਸ ਤੋਂ ਇਲਾਵਾ ਮੈਂ ਖੇਲੋ ਇੰਡੀਆ ਦੀ ਸਿਲਵਰ ਮੈਡਲਿਸਟ ਵੀ ਹਾਂ। ਨੈਸ਼ਨਲ ਵਿੱਚ ਸੀਨੀਅਰ ਵਿੱਚ ਮੇਰਾ ਸਿਲਵਰ ਮੈਡਲ ਵੀ ਰਿਹਾ ਹੈ। ਇਹ ਸਭ ਇਸ ਸਕੂਲ ਵਿੱਚ ਐਡਮਿਸ਼ਨ ਲੈਣ ਤੋਂ ਬਾਅਦ ਹੋਇਆ ਹੈ ਕਿਉਂਕਿ ਇੱਥੇ ਸਾਨੂੰ ਇੰਟਰਨੈਸ਼ਨਲ ਲੈਵਲ ਦੀ ਰੇਂਜ ਪ੍ਰੋਵਾਈਡ ਕੀਤੀ ਗਈ ਹੈ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੈਂ ਨਰਿੰਦਰ ਸਿੰਘ, ਪੰਜਾਬੀ ਮਾਸਟਰ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਝੱਲੀਆਂ ਕਲਾਂ, ਜ਼ਿਲ੍ਹਾ ਰੂਪਨਗਰ। ਮੈਂ ਧੰਨਵਾਦ ਕਰਨਾ ਚਾਹਾਂਗਾ ਐਜੂਕੇਸ਼ਨ ਡਿਪਾਰਟਮੈਂਟ ਦਾ, ਜਿਨ੍ਹਾਂ ਨੇ ਜਿਮਨੇਜ਼ੀਅਮ ਹਾਲ ਦੇ ਲਈ ਇਸ ਸਕੂਲ ਨੂੰ ਗ੍ਰਾਂਟ ਜਾਰੀ ਕੀਤੀ ਤੇ ਅੱਜ ਇਸ ਸਕੂਲ ਦੇ ਵਿੱਚ ਲਗਭਗ 15 ਸ਼ੂਟਰ ਜੋ ਨੇ ਉਹ ਮਿਹਨਤ ਕਰ ਰਹੇ ਨੇ ਤੇ ਉਹਨਾਂ ਵਿੱਚ ਜਿੱਥੇ ਪਹਿਲਾ ਸ਼ੂਟਰ ਅਰਸ਼ਦੀਪ ਬੰਗਾ ਨੈਸ਼ਨਲ ਲੈਵਲ ਤੇ ਲਗਾਤਾਰ +1 +2 ਦੇ ਵਿੱਚ 골ਡ ਮੈਡਲ ਹਾਸਲ ਕਰਦਾ ਰਿਹਾ। ਉਸ ਉਪਰੰਤ ਜੈਸਮੀਨ ਕੌਰ ਨੇ 14ਵੀਂ ਏਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਦੋਹਾ ਕਤਰ ਵਿਖੇ ਜੋ ਹੋਈ 2019 ਵਿੱਚ, ਉਸ ਵਿੱਚ ਇੰਡੀਵਿਜੂਅਲ 골ਡ ਮੈਡਲ ਹਾਸਲ ਕਰਕੇ ਇਸ ਸੰਸਥਾ ਦਾ ਜਿਹੜਾ ਨਾਂ ਉਹ ਰੋਸ਼ਨ ਕੀਤਾ। ਤੇ ਪੰਜਾਬ ਦਾ ਇਹ ਇੱਕੋ ਇੱਕ ਸਕੂਲ ਹੈ ਜਿਸ ਵਿੱਚ ਅੰਤਰਰਾਸ਼ਟਰੀ ਪੱਧਰ 'ਤੇ ਵਰਤੋਂ ਕਰਨ ਲਈ ਜੋ ਹੈ ਇਲੈਕਟ੍ਰੋਨਿਕ ਟਾਰਗੇਟ ਲੱਗਿਆ ਹੋਇਆ ਹੈ। ਮੈਂ ਹਰਜੀਤ ਸਿੰਘ ਰੂਪਨਗਰ ਕੋਰਟ ਵਿੱਚ ਬਤੌਰ ਐਡਵੋਕੇਟ ਪ੍ਰੈਕਟਿਸ ਕਰ ਰਿਹਾ ਹਾਂ। ਮੇਰੀ ਬੇਟੀ ਜੋ ਕਿ +1 ਕਲਾਸ ਵਿੱਚ ਝੱਲੀਆਂ ਸਕੂਲ ਵਿੱਚ ਇਸ ਸਮੇਂ ਪੜ੍ਹਦੀ ਹੈ, ਇਸ ਨੂੰ ਮੈਂ ਪਹਿਲੀ ਵਾਰੀ ਜਦੋਂ ਮੈਨੂੰ ਪਤਾ ਚੱਲਿਆ ਕਿ ਝੱਲੀਆਂ ਸਕੂਲ ਦੇ ਵਿੱਚ ਖੇਡਾਂ ਦਾ ਅਤੇ ਪੜ੍ਹਾਈ ਦਾ ਬੜਾ ਵਧੀਆ ਸਿਸਟਮ ਹੈਗਾ ਹੈ ਤੇ ਮੈਂ ਇੱਥੇ ਆ ਕੇ ਵਿਜ਼ਿਟ ਕੀਤਾ ਤੇ ਉਹਨੂੰ ਦੇਖਦੀ ਸਾਰ ਮੈਂ ਆਪਣੀ ਬੇਟੀ ਦੀ 10th ਕਲਾਸ ਵਿੱਚ ਝੱਲੀਆਂ ਸਕੂਲ ਵਿੱਚ ਐਡਮਿਸ਼ਨ ਕਰਵਾ ਦਿੱਤੀ ਸੀ।
ਇੱਥੇ ਦੀਆਂ ਸਹੂਲਤਾਂ ਨੂੰ ਤੇ ਇੱਥੇ ਦੇ ਜਿਹੜੇ ਸ਼ੂਟਿੰਗ ਕੋਚ ਹੈਗੇ ਆ ਉਹਨਾਂ ਦੀ ਸਰਵਿਸਿਜ਼ ਨੂੰ ਲੈ ਕੇ ਮੇਰੀ ਬੇਟੀ ਇੰਟਰਨੈਸ਼ਨਲ ਲੈਵਲ ਤੇ ਗਈ ਹੈ। ਉੱਥੇ ਏਸ਼ੀਅਨ ਦੇ ਵਿੱਚ ਵੀ ਉਸਨੇ ਬ੍ਰੌਂਜ਼ ਮੈਡਲ ਤੇ ਸਿਲਵਰ ਮੈਡਲ ਜਿੱਤਿਆ ਹੈ। ਇਸ ਸਕੂਲ ਵਿੱਚ 6ਵੀਂ ਤੋਂ 12ਵੀਂ ਕਲਾਸ ਤੱਕ ਦਾਖਲਾ ਸ਼ੁਰੂ ਹੋ ਚੁੱਕਾ ਹੈ ਅਤੇ ਮਾਪੇ ਆਪਣੇ ਬੱਚਿਆਂ ਨੂੰ ਮਹਿੰਗੇ ਪ੍ਰਾਈਵੇਟ ਸਕੂਲਾਂ ਤੋਂ ਹਟਾ ਕੇ ਇਸ ਸਕੂਲ ਦੇ ਵਿੱਚ ਦਾਖਲ ਕਰਾ ਰਹੇ ਹਨ, ਜਿਸ ਨਾਲ ਇਸ ਸਕੂਲ ਦੀ ਵਿੱਚ ਵੀ ਕਾਫੀ ਵਾਧਾ ਹੋ ਰਿਹਾ ਹੈ ਬੱਚਿਆਂ ਦੀ ਗਿਣਤੀ ਦੇ ਵਿੱਚ। ਸਕੂਲ ਦੇ ਵਿੱਚ ਖੇਡਣ ਦੇ ਲਈ ਵਧੀਆ ਪਲੇਗਰਾਉਂਡ ਹੈ ਤੇ ਅਤਿ ਆਧੁਨਿਕ ਸ਼ੂਟਿੰਗ ਰੇਂਜ ਹੈ ਅਤੇ ਜਿਮਨੇਜ਼ੀਅਮ ਹਾਲ ਵੀ ਉਪਲਬਧ ਹੈ। ਡਾਕਟਰ ਸਾਹਿਬ, ਜਿਵੇਂ ਕਿ ਸਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ 19,000 ਤੋਂ ਵੱਧ ਸਰਕਾਰੀ ਸਕੂਲ ਨੇ ਤੇ ਉਹਨਾਂ ਦੇ ਵਿੱਚ ਕਈ ਥਾਵਾਂ ਤੇ ਜਿਹੜੇ ਬਦਲਾਅ ਚੱਲ ਰਹੇ ਸੀ, ਪਰ ਜਿਹੜੀ ਸਕੂਲ ਸਿੱਖਿਆ ਵਿਭਾਗ ਵੱਲੋਂ ਸਮਾਰਟ ਸਕੂਲ ਨੀਤੀ ਲਾਗੂ ਕੀਤੀ ਗਈ, ਉਸ ਨੀਤੀ ਨੇ ਹਰ ਇੱਕ ਚੀਜ਼ ਨੂੰ ਇੱਕ ਦਿਸ਼ਾ ਦੇ ਦਿੱਤੀ ਹੈ। ਕੀ ਕਹਿਣਾ ਹੈ? ਦੇਖੋ, ਪਿਛਲੇ ਜਿਹੜੇ ਕੁਝ ਵਰ੍ਹਿਆਂ ਦੇ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਹੈ। ਉਹਦੇ ਵਿੱਚ ਮੈਂ ਦੇਖਿਆ ਕਿ ਦੋ ਫੈਕਟਰਾਂ ਨੇ ਬੜਾ ਕੰਮ ਕੀਤਾ। ਪਹਿਲਾ ਇਹ ਕਿ ਕਿਸੇ ਵੀ ਸਕੂਲ ਦੇ ਬਹੁਤ ਹੀ ਜਿਹੜਾ ਸੰਜੀਦਾ ਤੇ ਅਗਵਾਈ ਕਰਨ ਦੇ ਕਾਬਲ ਮੁਖੀ ਦਾ ਹੋਣਾ ਔਰ ਨਾਲ ਸਟਾਫ ਨੂੰ ਲੈ ਕੇ ਚੱਲਣਾ। ਦੂਸਰੀ ਗੱਲ ਇਹ ਕਿ ਅਜਿਹੇ ਕਰਮਯੋਗੀ ਸਕੂਲ ਮੁਖੀਆਂ ਤੇ ਅਧਿਆਪਕਾਂ ਨੂੰ ਜਦੋਂ ਸਾਡੇ ਸਕੂਲ ਸਿੱਖਿਆ ਵਿਭਾਗ ਵੱਲੋਂ ਹੱਲਾਸ਼ੇਰੀ ਤੇ ਸ਼ਾਬਾਸ਼ੀ ਮਿਲਦੀ ਹੈ ਤਾਂ ਸਕੂਲਾਂ ਦਾ ਜਿਹੜਾ ਰੰਗ ਹੈ ਤੇ ਅਧਿਆਪਕਾਂ ਦਾ ਕੰਮ ਕਰਨ ਦਾ ਜਿਹੜਾ ਚਾਅ ਹੈ ਉਹ ਦੂਣ ਸਵਾਇਆ ਹੋ ਜਾਂਦਾ ਹੈ। ਇਸੇ ਕਿਸਮ ਦੀਆਂ ਹੀ ਮਿਸਾਲਾਂ ਰੂਪਨਗਰ ਦੇ ਅਧਿਆਪਕਾਂ ਨੇ ਆਪਣੇ ਸਕੂਲਾਂ ਨੂੰ ਹਰ ਪੱਖ ਤੋਂ ਨਵੀਂ ਦਿੱਖ ਕੇ ਕੀਤਾ ਹੈ, ਜਿਹਦੇ ਵਿੱਚ ਸਕੂਲਾਂ ਦੇ ਵਿੱਚ ਬਣੇ ਵੱਖ-ਵੱਖ ਵਿਦਿਅਕ ਪਾਰਕ, ਖੇਡ ਮੈਦਾਨ ਔਰ ਮਾਡਲ ਤੇ ਖੂਬਸੂਰਤ ਜਿਹੜੀਆਂ ਉਹਨਾਂ ਦੀਆਂ ਇਮਾਰਤਾਂ, ਉਹਨਾਂ ਦੇ ਪ੍ਰਵੇਸ਼ ਦੁਆਰ। ਗੱਲ ਕੀ ਤਾਂ ਜਦੋਂ ਹੀ ਅਸੀਂ ਪੰਜਾਬ ਦੇ ਕਿਸੇ ਵੀ ਸਰਕਾਰੀ ਸਕੂਲ ਵੱਲ ਮੂੰਹ ਕਰਦੇ ਹਾਂ ਤਾਂ ਸਾਡਾ ਸੀਨਾ ਮਾਣ ਨਾਲ ਚੌੜਾ ਹੋ ਜਾਂਦਾ ਹੈ ਕਿ ਅਸੀਂ ਉਸ ਰਾਜ ਦੇ ਵਾਸੀ ਹਾਂ ਜਿਸ ਨੇ ਸਿੱਖਿਆ ਦੇ ਖੇਤਰ ਦੇ ਵਿੱਚ ਦੇਸ਼ ਲਈ ਇੱਕ ਨਵੇਂ ਜਿਹੜੇ ਸਟੈਂਡਰਡ ਨੇ ਉਹ ਫਿਕਸ ਕਰ ਦਿੱਤੇ ਨੇ। ਤਾਂ ਪੰਜਾਬ ਦੇ ਇਹ ਸਰਕਾਰੀ ਸਕੂਲ ਵਿਦਿਆਰਥੀਆਂ ਦਾ ਖਿੜੇ ਮੱਥੇ ਸਵਾਗਤ ਕਰ ਰਹੇ ਨੇ। ਆਓ ਦੇਖਦੇ ਹਾਂ ਕੁਝ ਝਲਕੀਆਂ। Good morning everyone, my name is Navleen Kaur, studying in Government Smart Senior Secondary School in Plus 2 Commerce. I passed out at my Plus 1 Commerce from the same school with good marks. I got good marks with the help of the teachers that are very supportive and dedicated. The teachers in my school are very intelligent with good qualification. As the senior secondary school, there are 4 streams, that is arts, commerce, science and ਵੋਕੇਸ਼ਨ। ਸਭ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਮੇਰਾ ਨਾਮ ਤਾਨੀਆ ਹੈ ਤੇ ਮੈਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੀਆਂਪੁਰ ਵਿੱਚ ਪਲੱਸ 2 ਸਾਇੰਸ ਦੀ ਵਿਦਿਆਰਥਣ ਹਾਂ। ਸਾਡੇ ਸਕੂਲ ਦੇ ਅਧਿਆਪਕ ਅਤੇ ਪ੍ਰਿੰਸੀਪਲ ਬਹੁਤ ਹੀ ਵਧੀਆ ਹਨ ਅਤੇ ਉਹ ਬਹੁਤ ਹੀ ਮਨ ਨਾਲ ਅਤੇ ਪਿਆਰ ਨਾਲ ਪੜ੍ਹਾਉਂਦੇ ਹਨ। ਸਾਡੇ ਸਕੂਲ ਵਿੱਚ 6ਵੀਂ ਅਤੇ 8ਵੀਂ ਤੱਕ ਦੇ ਬੱਚਿਆਂ ਨੂੰ ਫ੍ਰੀ ਮਿਡ ਡੇ ਮੀਲ ਅਤੇ ਕਿਤਾਬਾਂ ਮਿਲਦੀਆਂ ਹਨ। ਸਾਡੇ ਸਕੂਲ ਵਿੱਚ ਇੰਗਲਿਸ਼ ਬੂਸਟਰ ਕਲੱਬ ਵੀ ਹੈ ਜਿੱਥੇ ਬੱਚਿਆਂ ਨੂੰ ਇੰਗਲਿਸ਼ ਪੜ੍ਹਾਈ ਜਾਂਦੀ ਹੈ ਅਤੇ ਬੋਲਣੀ ਸਿਖਾਈ ਜਾਂਦੀ ਹੈ। ਮੈਨੂੰ ਮੇਰੇ ਸਕੂਲ 'ਤੇ ਮਾਣ ਹੈ ਕਿ ਮੈਂ ਇਸ ਸਕੂਲ ਵਿੱਚ ਪੜ੍ਹਦੀ ਹਾਂ ਅਤੇ ਮੈਂ ਵੀ ਤੁਹਾਨੂੰ ਬੇਨਤੀ ਕਰਦੀ ਹਾਂ ਕਿ ਸਾਡੇ ਸਕੂਲ ਵਿੱਚ ਆਪਣੇ ਬੱਚਿਆਂ ਨੂੰ ਲਗਾਓ ਅਤੇ ਉਹਨਾਂ ਦਾ ਭਵਿੱਖ ਉਜਵਲ ਬਣਾਓ। ਧੰਨਵਾਦ। Now I will explain this theorem by an example. Consider a right angle triangle. Consider a square with side 3 units. Consider another square with side of 4 units. Now area of this square is 9. Area of this square is 16. Now 9 plus 16 equal to 25.
which is area of this biggest square? Myself Kuljeet Kaur. I am studying in 8th class in Government Senior Secondary School, Miapur. This is the model of the globe. There are 7 continents and 4 oceans. The largest continent is Asia and the smallest continent is Australia. My country is India. India is situated in Asia. Beta, today we are going to study about the cell structure and function. Like a building is made up of cells, same way our building is made up of bricks, our body is made up of cells. We can compare a cell with a brick. So can you tell me what is a cell? Cell is a structural and functional unit of life. Very good. A cell is the structural and functional unit of life. Now why it is known as structural unit and why it is known as functional unit? Myself Nisha Samnotra, Principal, Government Senior Secondary Smart School, Miapur. ਆਪ ਸਭ ਜੀ ਦਾ ਆਪਣੇ ਸਕੂਲ ਦੇ ਵਿੱਚ ਸਵਾਗਤ ਕਰਦੀ ਹਾਂ। ਇਸ ਸਕੂਲ ਦੇ ਵਿੱਚ ਸਮਾਰਟ ਕਲਾਸਰੂਮਸ ਵਿਦ LED ਪ੍ਰੋਜੈਕਟਰ ਫੈਸਿਲਿਟੀਜ਼, ਲਾइब्रेरी, कंप्यूटर लैब्स, वेल इक्विप्ड साइंस लैब्स और प्लेग्राउंड्स सब फैसिलिटीज़ इस स्कूल के अंडर प्रोवाइड कीतियां जांदियां हैं। सब तो ज़्यादा फैसिलिटीज़ अज दे समय दे विच सरकारी स्कूलों दे विच दित्तियां जांदियां हन, जिन्नियां कि प्राइवेट स्कूल दे स्टूडेंट्स नूं भी फैसिलिटीज़ नहीं मिल पांदियां। इसदा यही नतीजा है कि पेरेंट्स दा रुझान प्राइवेट स्कूल तो हट के सरकारी स्कूलों दे विच बहुत होया। साडे स्कूल दे भी स्टाफ मैंबर्स बहुत मेहनती है, बच्चों नूं ਉਹ कैरियर संबंधी गाइडेंस और एजुकेशन संबंधी और उन्हां दे एजुकेशनल टूअर्स स्कूल्स दे विच जिस तरह बाला वर्क दे नाल और एजुकेशनल पार्क बना के स्टडी करवाई जाती है। स्पोर्ट्स दे फील्ड दे विच भी साडे स्कूल दे स्टूडेंट्स ने टग ऑफ वार दे विच नैशनल लैवल ते गोल्ड मैडल जिते हैं। ਡਾਕਟਰ ਸਾਹਿਬ ਜਿਵੇਂ ਕਹਿੰਦੇ ਆ ਕਿ ਇੱਕ ਕਾਮਯਾਬ ਪਰਿਵਾਰ ਦੇ ਵਿੱਚ ਜਿਹੜਾ ਉਹਦਾ ਮੁਖੀ ਆ ਉਹ ਅਗਰ ਯਤਨਸ਼ੀਲ ਆ ਤਾਂ ਕਾਮਯਾਬ ਪਰਿਵਾਰ ਆਪਣੇ ਆਪ ਹੋ ਜਾਏਗਾ। ਉਸੇ ਤਰ੍ਹਾਂ ਜਿਵੇਂ ਤੁਸੀਂ ਪਹਿਲਾਂ ਜ਼ਿਕਰ ਕੀਤਾ ਕਿ ਸਕੂਲਾਂ ਦੇ ਵਿੱਚ ਵੀ ਅਗਰ ਸਕੂਲ ਮੁਖੀ ਕਰਮਸ਼ੀਲ ਨੇ ਤਾਂ ਉਹ ਜਿਹੜੀ ਕੰਮ ਕਰਨ ਦੀ ਲਾਗ ਆ ਉਹ ਅੱਗੇ ਸਟਾਫ ਨੂੰ ਵੀ ਲੱਗਦੀ ਆ। ਤਾਂ ਰੂਪਨਗਰ ਜ਼ਿਲ੍ਹੇ ਦੇ ਵਿੱਚ ਅਸੀਂ ਜਿਹੜੇ ਬਦਲਾਅ ਦੇਖ ਰਹੇ ਨੇ ਕਿ ਉਹਨਾਂ ਪਿੱਛੇ ਵੀ ਇਹੀ ਕਾਰਨ ਆ। ਹਾਂਜੀ ਬਿਲਕੁਲ ਅਮਰਦੀਪ ਜੀ, ਇਸੇ ਕਿਸਮ ਦਾ ਹੀ ਜਿਹੜਾ ਮਾਹੌਲ ਹੈ ਸਾਡੇ ਸਾਰੇ ਪੰਜਾਬ 'ਚ ਹੀ ਬਣਿਆ ਹੋਇਆ ਹੈ ਤੇ ਰੂਪਨਗਰ ਜ਼ਿਲ੍ਹਾ ਕਿਵੇਂ ਇਸ ਤੋਂ ਵਾਂਝਾ ਰਹਿ ਸਕਦਾ ਹੈ। ਇਸੇ ਦੀਆਂ ਮਿਸਾਲਾਂ ਨੇ ਕਿ ਬਹੁਤ ਸਾਰੀਆਂ ਇਹੋ ਜਿਹੀਆਂ ਚੀਜ਼ਾਂ ਜਿਸ ਤਰ੍ਹਾਂ ਸਾਡੇ ਸਕੂਲਾਂ ਦੇ ਵਿੱਚ ਵਿਦਿਅਕ ਸਰਗਰਮੀਆਂ ਦਾ ਮਿਆਰ ਤਾਂ ਉੱਚਾ ਹੋਇਆ ਹੀ ਹੈ, ਪਰ ਸਾਡੀਆਂ ਵਿਰਾਸਤਾਂ ਨੂੰ ਸੰਭਾਲਣ ਦੇ ਵਾਸਤੇ ਵੀ ਬਹੁਤ ਸਾਰੇ ਸਕੂਲਾਂ ਨੇ ਯਤਨ ਕੀਤੇ ਨੇ ਅਤੇ ਇਸੇ ਕਿਸਮ ਦੀ ਜਿਸ ਤਰ੍ਹਾਂ ਜੈਵਿਕ ਖੇਤੀ ਬਾਹਰ ਹੋਣ ਲੱਗੀ ਹੈ, ਸਾਡੇ ਬੱਚਿਆਂ ਨੂੰ ਵਧੀਆ ਬਨਸਪਤੀ ਦੇ ਨਾਲ ਜਾਣੂ ਕਰਵਾਉਣ ਦੇ ਨਾਲ ਨਾਲ ਉਹਨਾਂ ਦੇ ਦੁਪਹਿਰ ਦੇ ਖਾਣੇ ਵਾਸਤੇ ਹਰਬਲ ਪਾਰਕ ਬਣਾਉਣ ਵਰਗੇ ਜਿਹੜੇ ਵੱਡੇ ਉਦਮ ਨੇ ਉਹ ਵੀ ਕੀਤੇ ਗਏ। I studying in 10th class in Government Senior Secondary Smart School, Behrampur, Jimidari, Roopnagar. Today I am going to talk about my school. My school is a very beautiful and lovely school. We study different subjects in our school. Earlier, these subjects were taught traditional in classrooms only, but now turning a new leaf in academic history, our school have become smart school. Beautiful models have been installed in Science Park, such as convex mirror, concave mirror, Newton disc, wind direction, DNA model, etc. among different patterns.
Now let's talk about our smart classrooms. This make our study interesting, attractive and easy to understand. When we learn through visually, we grab all the subject easily rather than just looking into blackboards and listening. It provides a wonderful learning environment to our classrooms. This is our computer lab. All students can learn their latest technology like HTML, C programming, MS Office and many more innovations and research. In the computer lab, we provide basic computer education. We insist on practicals. We teach each and everything about the technology that is very much necessary to deal with today's online education. This school was established in 1972 up to middle classes, and then it was upgraded to high school in 1976 and then upgraded to senior secondary level in 2001. Finally, it had been converted into smart school in 2018. Quality education is very important in today's world. As the world is moving fast with the growing needs of competition, one needs to keep up. Therefore, our school is striving hard to make the best possible efforts, not only pursuing in academic excellence, but also we are fully devoted to preparing our students for extra co-curricular activities. Students are constantly proving their excellence in sports, science fair, Vidyak Mukable, cultural activities, and most important, English speaking skills with the help of English Booster Club. Therefore, I appeal to all the parents, please come and do visit government schools. ਤਾਂ ਅੱਜ ਅਸੀਂ ਦੇਖੀਆਂ ਰੂਪਨਗਰ ਜ਼ਿਲ੍ਹੇ ਦੇ ਬਦਲੇ ਰੂਪ ਦੀਆਂ ਝਲਕਾਂ, ਜਿਹਦੇ ਵਿੱਚ ਇੱਕ ਵੱਡਾ ਆਕਰਸ਼ਣ ਸੀ ਅੰਤਰਰਾਸ਼ਟਰੀ ਪੱਧਰ ਦੀ ਸ਼ੂਟਿੰਗ ਰੇਂਜ, ਬਾਲਾ ਵਰਕ, ਵਾਟਰ ਪਿਊਰੀਫਾਇਰਸ ਤੇ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਸਾਰੇ ਪੰਜਾਬ ਦੇ ਵਿੱਚ ਤੁਹਾਨੂੰ ਕਿਤੇ ਨਾ ਕਿਤੇ ਸਕੂਲਾਂ ਦੇ ਵਿੱਚ ਮਿਲ ਜਾਣਗੀਆਂ। ਡਾਕਟਰ ਸਾਹਿਬ, ਇਹ ਸਾਰੇ ਜਿਹੜੇ ਬਦਲਾਅ ਨੇ, ਇਹਨਾਂ ਪਿੱਛੇ ਜਿਹੜਾ ਮੁੱਖ ਕਾਰਨਾਂ ਨੂੰ ਤੁਸੀਂ ਕੀ ਸਮਝਦੇ ਹੋ? ਦੇਖੋ, ਪੰਜਾਬ ਸਰਕਾਰ ਦੀ ਸੁਚੱਜੀ ਸਰਪ੍ਰਸਤੀ, ਸਾਡੇ ਸਿੱਖਿਆ ਵਿਭਾਗ ਦੇ ਅਫਸਰਾਂ ਦੀ ਦੂਰਅੰਦੇਸ਼ੀ ਸੋਚ ਤੇ ਅਧਿਆਪਕਾਂ ਦਾ ਕਾਰਜਸ਼ੀਲ ਹੋਣਾ ਤੇ ਇਹ ਸਕੂਲ ਮੁਖੀਆਂ ਦੀਆਂ ਜਿਹੜੀਆਂ ਵਧੀਆ ਟੀਮਾਂ ਨੇ, ਉਹਨਾਂ ਦੀ ਬਦੌਲਤ ਸਾਰਾ ਕੁਝ ਸੰਭਵ ਹੋਇਆ। ਉਹਨਾਂ ਨੇ ਬਹੁਤ ਸਾਰੇ ਅਜਿਹੇ ਟੀਚੇ ਮਿੱਥੇ ਜਿਨ੍ਹਾਂ ਨੂੰ ਸ਼ੁਰੂਆਤ ਵੇਲੇ ਸਾਨੂੰ ਲੱਗਦਾ ਨਹੀਂ ਸੀ ਕਿ ਇਹ ਪੂਰੇ ਹੋ ਜਾਣਗੇ, ਪਰ ਉਹ ਅੱਜ ਆਮ ਜਿਹੀ ਗੱਲ ਹੋ ਗਈ, ਜਿਹਦੀਆਂ ਉਦਾਹਰਨਾਂ ਅਸੀਂ ਰੂਪਨਗਰ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ ਵਿੱਚੋਂ ਦੇਖੀਆਂ ਨੇ। ਤੇ ਡਾਕਟਰ ਸਾਹਿਬ, ਇਹ ਸਾਰੇ ਜੋ ਬਦਲਾਅ ਨੇ, ਇਹਨਾਂ ਦਾ ਇੱਕ ਵੱਡਾ ਜਿਹੜਾ ਨਤੀਜਾ ਨਿਕਲ ਕੇ ਆ ਰਿਹਾ ਕਿ ਬਹੁਤ ਸਾਰੇ ਹੋਰ ਸਕੂਲਾਂ ਦੇ ਵਿੱਚੋਂ, ਬਹੁਤ ਨਾਮੀ ਗ੍ਰਾਮੀ ਵੱਡੇ ਸਕੂਲਾਂ ਦੇ ਵਿੱਚੋਂ ਵੀ ਵਿਦਿਆਰਥੀ ਜਿਹੜੇ ਨੇ ਉਹ ਆਪਣੇ ਇਲਾਕੇ ਦੇ ਸਰਕਾਰੀ ਸਕੂਲਾਂ ਵੱਲ ਨੂੰ ਆ ਰਹੇ ਨੇ। ਤਾਂ ਅੱਜ ਦਾ ਜ਼ਿਲ੍ਹਾ ਸੀ ਰੂਪਨਗਰ। ਅਗਲੇ ਐਪੀਸੋਡ ਦੇ ਵਿੱਚ ਕਿਸੇ ਹੋਰ ਜ਼ਿਲ੍ਹੇ ਦੀਆਂ ਝਲਕੀਆਂ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਮੈਨੂੰ ਅਮਰਦੀਪ ਬਾਠ ਨੂੰ ਤੇ ਮੈਨੂੰ ਡਾਕਟਰ ਸੁਖਦਰਸ਼ਨ ਚਹਿਲ ਨੂੰ ਦਿਓ ਇਜਾਜ਼ਤ। ਸ਼ੁਕਰੀਆ।